ਲਵਪ੍ਰੀਤ ਸਿੰਘ ਪੰਜਾਬ ਦੇ ਸੈਂਕੜੇ ਨੌਜਵਾਨਾਂ ਦੇ ਵਿੱਚੋਂ ਅਜਿਹਾ ਨੌਜਵਾਨ ਜੋ ਕੈਨੇਡਾ ਜਾਣ ਦੇ ਸੁਪਨੇ ਦੇਖਦਾ ਹਮੇਸ਼ਾ ਲਈ ਹੀ ਇਸ ਜਹਾਨ ਨੂੰ ਕੈਨੇਡਾ ਅਮਰੀਕਾ ਤੋਂ ਕੋਸਾਂ ਦੂਰ ਚਲਿਆ ਗਿਆ, ਜਿਸ ਨੇ ਹੁਣ ਮੁੜ ਕਦੀ ਵੀ ਪੰਜਾਬ ਆਪਣੇ ਘਰ ਫੇਰਾ ਨਹੀਂ ਪਾਉਣਾ। ਕਾਰਨ ਚਾਹੇ ਜੋ ਮਰਜ਼ੀ ਹੋਣ, ਪਰ ਗਈ ਹੋਈ ਜਾਨ ਕਦੀ ਵੀ ਵਾਪਸ ਨਹੀਂ ਆ ਸਕਦੀ। ਪਰ ਲਵਪ੍ਰੀਤ ਸਿੰਘ ਦੀ ਇਹ ਸਟੋਰੀ ਕਿਸਮਤ ਦੇ ਨਾਲ ਸਮੇਂ ਦੇ ਥੱਲੇ ਦੱਬੀ ਨਹੀਂ ਗਈ, ਸਗੋਂ ਦੁਨੀਆ ਦੇ ਸਾਹਮਣੇ ਖੁੱਲ੍ਹ ਕੇ ਪੇਸ਼ ਹੋਈ, ਜੋ ਸ਼ਾਇਦ ਹੁਣ ਕਈ ਹੋਰ ਲਵਪ੍ਰੀਤਾਂ ਨੂੰ ਮਰਨ ਤੋਂ ਬਚਾ ਸਕੇਗੀ। ਇਸ ਤਰ੍ਹਾਂ ਜਦੋਂ ਇਹ ਕੇਸ ਬਾਹਰ ਆਇਆ ਤਾਂ ਅਨੇਕਾਂ ਹੀ ਹੋਰ ਵੀ ਕੇਸ ਬਾਹਰ ਆਏ, ਜਿਨ੍ਹਾਂ ਦੇ ਵਿੱਚ 40 ਤੋਂ 70 ਲੱਖ ਰੁਪਏ ਖਰਚੀ ਬੈਠੇ ਲੋਕ ਇੱਕ ਧੋਖੇ ਦੇ ਵਿੱਚ ਹੀ ਜੀ ਰਹੇ ਸੀ। ਪਰ ਹੁਣ ਜੋ ਇਸ ਕੇਸ ਦੇ ਵਿੱਚ ਹੋ ਰਿਹਾ ਹੈ, ਉਸ ਨੇ ਕਿਤੇ ਨਾ ਕਿਤੇ ਬਾਹਰ ਬੈਠੀਆਂ ਕੁੜੀਆਂ ਦੇ ਦਿਲਾਂ ਦੇ ਵਿੱਚ ਡਰ ਵੀ ਪਾ ਕੇ ਰੱਖ ਦਿੱਤਾ ਹੈ। ਬਹੁਤੇ ਪਰਿਵਾਰ ਜਿਨ੍ਹਾਂ ਨੂੰ ਨੋਹਾਂ ਕੈਨੇਡਾ ਜਾ ਕੇ ਪੁੱਛ ਨਹੀਂ ਰਹੀਆਂ ਸੀ, ਉਹ ਹੁਣ ਸਾਹਮਣੇ ਖੁਦ ਫੋਨ ਕਰਕੇ ਪਰਿਵਾਰ ਵਾਲਿਆਂ ਨੂੰ ਕੈਨੇਡਾ ਬੁਲਾਉਣ ਦਾ ਵਾਅਦਾ ਕਰ ਰਹੀਆਂ ਨੇ ਤੇ ਕਾਰਵਾਈ ਦੇ ਡਰ ਤੋਂ ਬਚਣ ਦੇ ਲਈ ਆਪਣੀਆਂ ਗਲਤੀਆਂ ਸੁਧਾਰ ਰਹੀਆਂ ਨੇ। ਇਸੇ ਤਰ੍ਹਾਂ ਹੀ ਮਿੱਠਾਪੁਰ ਜਲੰਧਰ ਦੇ ਰਹਿਣ ਵਾਲੇ ਗੁਰਸੇਵਕ ਸਿੰਘ ਦੇ ਪਰਿਵਾਰ ਦੇ ਵਿੱਚ ਵੀ 4 ਸਾਲਾਂ ਬਾਅਦ ਇਹ ਚਮਤਕਾਰ ਹੋ ਰਿਹਾ ਹੈ। ਲੱਤਾਂ ਤੋਂ ਅਪੰਗ ਗੁਰਸੇਵਕ ਸਿੰਘ ਕੈਨੇਡਾ ਜਾਣ ਦੀ ਆਸ ਦੇ ਵਿੱਚ ਹੀ ਲੱਤਾਂ ਤੋਂ ਹੀਣੇ ਹੋ ਕੇ ਰਹਿ ਗਿਆ। ਕੈਨੇਡਾ ਦਾ ਦੂਰ ਹੁਣ ਵਾਸ਼ਰੂਮ ਤੱਕ ਵੀ ਜਾਣਾ ਉਸ ਦੇ ਲਈ ਔਖਾ ਹੋ ਗਿਆ ਹੈ। ਗੁਰਸੇਵਕ ਦੇ ਪਿਤਾ ਜਗਮੋਹਨ ਸਿੰਘ, ਜੋ ਕਿ ਰਿਟਾਇਰ ਪਟਵਾਰੀ ਹਨ, ਉਹਨਾਂ ਦੱਸਿਆ ਕਿ ਹਮੇਸ਼ਾ ਤੋਂ ਹੀ ਗੁਰਸੇਵਕ ਬਾਹਰ ਕੈਨੇਡਾ ਜਾਣਾ ਚਾਹੁੰਦਾ ਸੀ, ਪਰ ਕਾਫੀ ਟਰਾਈ ਕਰਨ ਤੋਂ ਬਾਅਦ ਵੀ ਉਸ ਦੇ ਆਇਲਸ ਦੇ ਵਿੱਚ ਚੰਗੇ ਬੈਂਡ ਨਹੀਂ ਆਏ। ਸੋ ਜਿਸ ਤੋਂ ਬਾਅਦ ਆਪਾਂ ਵੀ ਉਸ ਦੇ ਲਈ ਚੰਗੇ ਬੈਂਡ ਵਾਲੀ ਕੁੜੀ ਲੱਭਣੀ ਸ਼ੁਰੂ ਕਰ ਦਿੱਤੀ। ਜਲਦੀ ਸਾਨੂੰ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ ਇੱਕ ਕੁੜੀ ਮਿਲੀ, ਜੋ ਕਿ ਕਾਫੀ ਗਰੀਬ ਘਰ ਤੋਂ ਸੀ। ਕੁੜੀ ਚੰਗੀ ਸੀ ਤੇ ਪੜ੍ਹੀ ਲਿਖੀ ਵੀ, ਤੇ ਸਾਡੇ ਪਰਿਵਾਰ ਨੂੰ ਉਹ ਕੁੜੀ ਪਸੰਦ ਵੀ ਆਈ। ਆਪਾਂ ਉਸ ਨੂੰ ਆਇਲਸ ਕਰਵਾਈ ਤੇ ਉਸ ਦੇ ਵਧੀਆ ਬੈਂਡ ਵੀ ਆਏ। ਆਪਾਂ ਆਪਣੇ ਲੜਕੇ ਦੇ ਖਾਤਰ ਆਪਣੀ ਸਾਰੀ ਜਮ੍ਹਾਂ ਪੂੰਜੀ ਤੇ ਬੈਂਕ ਤੋਂ ਲੋਨ ਲੈ ਕੇ ਉਸ ਨੂੰ ਕੈਨੇਡਾ ਭੇਜਣ ਦੀ ਪੂਰੀ ਤਿਆਰੀ ਕਰ ਲਈ। ਕੁੜੀ ਬਹੁਤ ਚੰਗੀ ਸੀ, ਸੋ ਦਿਖਾਵੇ ਦੇ ਲਈ ਨਹੀਂ, ਸਗੋਂ ਅਸਲ ਦੇ ਵਿੱਚ ਹੀ ਉਹਨਾਂ ਦੋਨਾਂ ਦਾ ਵਿਆਹ ਕਰ ਦਿੱਤਾ, ਕਿਉਂਕਿ ਕੁੜੀ ਮੁੰਡਾ ਆਪਸ ਦੇ ਵਿੱਚ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪਏ ਸੀ। ਵਿਆਹ ਹੋਇਆ, ਕੁੜੀ ਕੈਨੇਡਾ ਪਹੁੰਚੀ, ਕਾਲਜ ਜੁਆਇਨ ਕੀਤਾ ਤੇ ਨਾਲ ਕੰਮ ਵੀ ਕਰਦੀ ਰਹੀ। ਪਹਿਲ ਤਾਂ ਉਸਨੇ ਬਹੁਤ ਕੋਸ਼ਿਸ਼ ਕੀਤੀ, ਪਰ ਅਚਾਨਕ ਉਸ ਨੂੰ ਪਤਾ ਨਹੀਂ ਕੀ ਹੋ ਗਿਆ। ਗੱਲ ਘੱਟ ਕਰਨੀ ਤੇ ਸਿਰਫ ਫੀਸ ਦੇ ਸਮੇਂ ਤੇ ਹੀ ਫੋਨ ਕਰਕੇ ਗੱਲ ਕਰਨੀ। ਹੋਰ ਤਾਂ ਹੋਰ ਉੱਥੇ ਦੇ ਹੋਰ ਵੀ ਖਰਚੇ ਆਪਾਂ ਇੱਥੋਂ ਪੈਸੇ ਭੇਜ ਕੇ ਪੂਰੇ ਕਰਦੇ ਰਹੇ। 1 ਸਾਲ ਹੋ ਗਿਆ, ਸਾਡੇ ਮੁੰਡੇ ਨੂੰ ਦੂਰ ਤੱਕ ਕੈਨੇਡਾ ਦਿਖਾਈ ਨਹੀਂ ਦੇ ਰਿਹਾ ਸੀ। ਉਹਨਾਂ ਦੋਨਾਂ ਦੇ ਵਿੱਚ ਕੀ ਗੱਲ ਹੁੰਦੀ ਸੀ, ਪਹਿਲ ਤਾਂ ਆਪਾਂ ਇਸ ਬਾਰੇ ਗੌਰ ਨਹੀਂ ਕੀਤੀ। ਉਹਨਾਂ ਦੇ ਵਿਆਹ ਨੂੰ ਕੁਝ 2 ਸਾਲ ਹੀ ਹੋਏ ਸੀ। ਉਸ ਦੀ ਪਤਨੀ ਦਾ ਫੋਨ ਕੈਨੇਡਾ ਤੋਂ ਆਇਆ ਤੇ ਉਹ ਫੋਨ ਸੁਣਦਾ ਆਪਣੇ ਕਮਰੇ ਦੇ ਵਿੱਚ ਚਲਿਆ ਗਿਆ। ਕਾਫੀ ਸਮੇਂ ਬਾਅਦ ਸਾਨੂੰ ਉਸ ਦੇ ਰੋਣ ਦੀ ਆਵਾਜ਼ ਆਈ ਤਾਂ ਆਪਾਂ ਜਾ ਕੇ ਦੇਖਿਆ। ਉਸ ਵੇਲੇ ਆਪਾਂ ਦੇਖਿਆ ਕਿ ਉਹ ਫਰਸ਼ ਦੇ ਉੱਤੇ ਲੰਮਾ ਪਿਆ ਸੀ, ਪਰ ਉਸ ਵੇਲੇ ਸਾਨੂੰ ਕੁਝ ਵੀ ਸਮਝ ਨਹੀਂ ਲੱਗਿਆ। ਪਰ ਜਦੋਂ ਆਪਾਂ ਉਸ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਲੜਕੇ ਦੀਆਂ ਲੱਤਾਂ ਦੇ ਉੱਤੇ ਭਾਰ ਨਹੀਂ ਆਇਆ। ਉਸ ਦੀਆਂ ਲੱਤਾਂ ਉਸ ਦਿਨ ਤੋਂ ਹੀ ਕੰਮ ਕਰਨਾ ਬੰਦ ਕਰ ਗਈਆਂ। ਫਿਰ ਵੀ ਸਾਨੂੰ ਕੁਝ ਪਤਾ ਨਹੀਂ ਲੱਗਿਆ। ਸਾਨੂੰ ਲੱਗਿਆ ਕਿ ਦਰਦ ਕਾਰਨ ਉਹ ਰੋ ਰਿਹਾ ਹੋਵੇਗਾ। ਉਸ ਦਾ ਇਲਾਜ ਕਰਵਾਇਆ, ਪਰ ਕੋਈ ਫਾਇਦਾ ਨਹੀਂ ਹੋਇਆ। ਹੁਣ ਤੱਕ ਉਹ ਉਸੇ ਤਰ੍ਹਾਂ ਹੀ ਅਪੰਗ ਆਪਣੇ ਬੈੱਡ ਦੇ ਉੱਪਰ ਬੈਠਾ ਰਹਿੰਦਾ ਹੈ ਤੇ ਆਪਾਂ ਉਸ ਦੇ ਇਲਾਜ ਦੇ ਨਾਲ ਬੈਂਕਾਂ ਦੇ ਲੋਨ ਉਤਾਰ ਰਹੇ ਹਾਂ। ਇੱਕ ਦਿਨ ਅਚਾਨਕ ਹੀ ਗੁਰਸੇਵਕ ਨੇ ਆਪਣੀ ਮਾਂ ਨੂੰ ਕਿਹਾ ਕਿ ਮੈਂ ਕਦੀ ਵੀ ਕੈਨੇਡਾ ਨਹੀਂ ਜਾ ਸਕਦਾ ਤੇ ਨਾ ਹੀ ਮੇਰਾ ਕਦੀ ਵਿਆਹ ਹੋਇਆ ਤੇ ਨਾ ਹੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਵਿਆਹ ਕਰਵਾ ਸਕਾਂਗਾ। ਆਪਾਂ ਸੋਚਿਆ ਕਿ ਜ਼ਰੂਰ ਉਸ ਦੀ ਪਤਨੀ ਦੇ ਨਾਲ ਉਸ ਦੀ ਕੋਈ ਗੱਲ ਹੋਈ ਹੋਵੇਗੀ, ਪਰ ਗੁਰਸੇਵਕ ਨੇ ਅੱਜ ਤੱਕ ਇਹ ਨਹੀਂ ਦੱਸਿਆ ਕਿ ਉਸ ਦੀ ਪਤਨੀ ਦੇ ਨਾਲ ਉਸ ਦੀ ਕੀ ਗੱਲ ਹੋਈ ਸੀ, ਜਿਸ ਦਾ ਅਸਰ ਅਜਿਹਾ ਹੋਇਆ ਕਿ ਉਹ ਅਪੰਗ ਹੋ ਕੇ ਹੀ ਰਹਿ ਗਿਆ। ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਉਸ ਦੀ ਪਤਨੀ ਦਾ ਮੁੜ ਕੇ ਕਦੀ ਫੋਨ ਨਹੀਂ ਆਇਆ। ਆਪਾਂ ਉਸ ਦੇ ਘਰ ਵਾਲਿਆਂ ਦੇ ਨਾਲ ਗੱਲ ਕੀਤੀ, ਪਰ ਉਹਨਾਂ ਦਾ ਜਵਾਬ ਸੀ ਕਿ ਸਾਡੀ ਕੁੜੀ ਸਿਆਣੀ ਹੈ, ਉਹ ਲੱਤਾਂ ਤੋਂ ਹੀਣੇ ਬੰਦੇ ਦੇ ਨਾਲ ਆਪਣੀ ਜ਼ਿੰਦਗੀ ਨਹੀਂ ਕੱਢ ਸਕਦੀ। ਫਿਰ ਸਾਨੂੰ ਵੀ ਕਲੀਅਰ ਹੋਇਆ ਕਿ ਇਹ ਧੋਖਾ ਸਾਡੇ ਨਾਲ ਵੀ ਹੋ ਚੁੱਕਿਆ ਹੈ। ਕੁੜੀ ਨੇ ਆਪਣੇ ਮਾਤਾ-ਪਿਤਾ ਨੂੰ ਕੈਨੇਡਾ ਬੁਲਾ ਲਿਆ ਜਦੋਂ ਉਸ ਨੂੰ ਡਿਗਰੀ ਮਿਲਣੀ ਸੀ, ਪਰ ਆਪਾਂ ਆਪਣਾ ਸਭ ਕੁਝ ਵੇਚ ਕੇ ਵੀ ਕੀ ਖੱਟਿਆ। ਇੱਕ ਅਪੰਗ ਪੁੱਤ ਜੋ ਹੁਣ ਲੱਤਾਂ ਤੋਂ ਕਦੀ ਵੀ ਚੱਲ ਨਹੀਂ ਸਕੇਗਾ। ਆਪਾਂ ਆਪਣੇ ਲੜਕੇ ਦੇ ਕਹਿਣ ਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਤੇ ਨਾ ਹੀ ਉਸ ਲੜਕੀ ਦਾ ਨਾਮ ਜਨਤਕ ਕੀਤਾ। ਹੁਣ ਜਦੋਂ ਲਵਪ੍ਰੀਤ ਦੀ ਸਟੋਰੀ ਦੇਖੀ ਤਾਂ ਮਨ ਦੇ ਵਿੱਚ ਆਇਆ ਕਿ ਕਮ ਸੇ ਕਮ ਸਾਡਾ ਲੜਕਾ ਜਿਉਂਦਾ ਤਾਂ ਹੈ, ਕਿਤੇ ਉਹ ਜ਼ਿੰਦਗੀ ਤੋਂ ਹਾਰ ਕੇ ਉਸਨੇ ਆਪਣੀ ਜਾਨ ਹੀ ਗਵਾ ਨਹੀਂ ਲਈ। ਚਾਹੇ ਉਹ ਅੱਜ ਚੱਲ ਨਾ ਸਕੇ, ਪਰ ਕਮ ਸੇ ਕਮ ਅੱਜ ਸਾਡੀ ਅੱਖਾਂ ਦੇ ਸਾਹਮਣੇ ਤਾਂ ਹੈ। ਪਰ ਲਵਪ੍ਰੀਤ ਦੀ ਮੌਤ ਤੋਂ ਬਾਅਦ ਅਚਾਨਕ ਹੀ ਸਾਡੇ ਘਰ ਦੇ ਵਿੱਚ ਇੱਕ ਚਮਤਕਾਰ ਜਿਹਾ ਹੋਇਆ। ਕੁਝ ਦਿਨਾਂ ਪਹਿਲਾਂ ਹੀ ਗੁਰਸੇਵਕ ਦੀ ਪਤਨੀ ਦਾ ਫੋਨ ਸਾਨੂੰ ਆਇਆ ਤੇ ਉਸਨੇ ਕਿਹਾ ਕਿ ਉਹ ਗੁਰਸੇਵਕ ਨੂੰ ਬਾਹਰ ਕੈਨੇਡਾ ਬੁਲਾ ਲਵੇਗੀ, ਪਰ ਤੁਸੀਂ ਮੇਰੇ ਉੱਪਰ ਕੋਈ ਕਾਰਵਾਈ ਨਾ ਕਰਿਓ। ਸਾਨੂੰ ਤਾਂ ਉਸ ਵੇਲੇ ਪਤਾ ਲੱਗਿਆ ਕਿ ਉਸ ਦੀ ਪਤਨੀ ਦੇ ਮਨ ਦੇ ਵਿੱਚ ਵੀ ਚੋਰ ਸੀ ਤੇ ਹੁਣ ਰਿਪੋਰਟ ਹੋਣ ਦੇ ਡਰ ਤੋਂ ਉਹ ਸਾਨੂੰ ਦੁਬਾਰਾ ਫੋਨ ਕਰ ਰਹੀ ਸੀ। ਪਰ ਹੈਰਾਨੀ ਤਾਂ ਉਸ ਵੇਲੇ ਹੋਈ ਜਦੋਂ ਉਸ ਦੀ ਪਤਨੀ ਨੂੰ ਦੱਸਿਆ ਗਿਆ ਕਿ ਗੁਰਸੇਵਕ ਹੁਣ ਕਦੀ ਵੀ ਚੱਲ ਫਿਰ ਨਹੀਂ ਸਕੇਗਾ ਤੇ ਉਸ ਦੀ ਪਤਨੀ ਨੂੰ ਇਸ ਗੱਲ ਬਾਰੇ ਕੁਝ ਪਤਾ ਵੀ ਨਹੀਂ ਸੀ। ਜਦੋਂ ਮੈਂ ਗੁਰਸੇਵਕ ਨੂੰ ਦੱਸਿਆ ਕਿ ਉਸ ਦੀ ਪਤਨੀ ਉਸ ਨੂੰ ਕੈਨੇਡਾ ਬੁਲਾਉਣਾ ਚਾਹੁੰਦੀ ਹੈ ਤਾਂ ਉਸਨੇ ਆਪਣੀ ਪਤਨੀ ਦੇ ਨਾਲ ਗੱਲ ਕਰਨ ਤੋਂ ਬਿਲਕੁਲ ਮਨਾ ਕਰ ਦਿੱਤਾ। ਤਾਂ ਗੁਰਸੇਵਕ ਨੇ ਜਵਾਬ ਦਿੱਤਾ ਕਿ ਸਾਨੂੰ ਕੈਨੇਡਾ ਜਾਂ ਡਾਲਰਾਂ ਦੀ ਲੋੜ ਨਹੀਂ, ਉਸ ਦੀ ਪਤਨੀ ਦੀ ਲੋੜ ਹੈ, ਜੋ ਹੁਣ ਸਾਨੂੰ ਕਦੀ ਵੀ ਨਹੀਂ ਮਿਲ ਸਕਦੀ।
मैं इत्थे इस बैड दे उत्ते ही चंगा हाँ, मैं कैनेडा नहीं जाना चाहुंदा। गुरसेवक ने यह भी कहा कि उसकी पत्नी नूं कह दो कि वह फिक्र ना करे, उस ते कोई कार्रवाई नहीं होवेगी। तेरा कैनेडा तैनू ही मुबारक। हुण उन्हां दीयां गल्लां तो सानू ते तुहानू सब कुछ समझ आ ही चुकिया होवेगा कि उत्थे कैनेडा दे विच की कुछ होया होवेगा। पर मुड़ के फिर वही गल आउंदी है कि साडा लड़का अज उठ के वॉशरूम तक नहीं जा सकदा ते मैं अपने बुढ़ापे दे विच बैंक दा करजा उतार रहा हाँ। साडा लड़का अपनी पत्नी दी इन्नी इज्जत करदा सी कि उसने अपनी पत्नी दा नाम जनतक करन तो भी मना कर दिता ते अज उसकी पत्नी डिपोर्ट होने के डर तो सातों झूठियां माफियां मंग रही है। पर गवाची हुई इज्जत ते प्यार कदी भी वापस नहीं आ सकता। सो अपने पुत्रां ते पंजाब नूं बचाउणा है तां जरा अपनी अखां ते दिमाग खोल के सोच लवो। अजिहे बहुत सारे दुखी चेहरे ने जो हाले भी कुड़ियां दी इज्जत बचाउण वास्ते दुनिया दे सामने नहीं आ रहे, पर बहुतियां कुड़ियां कैनेडा जाके अपनी घरदियां दी इज्जत बारे कुछ भी नहीं सोच पाउंदियां ते इधर साडे लड़के उन्हां दी इज्जतां बचाउण वास्ते उन्हां दा नाम तक नहीं जनतक कर रहे।